ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ ਜੀ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਗਵਾਰੇਰੀ ਮਹਲਾ ਤੀਜਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਜਿਸਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਣਿਆਈ। ਜਿਸਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਵਸੈ ਮਣਿਆਈ। ਰਹਾਉ। ਵਾਹਿਗੁਰੂ ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 159 ਉੱਪਰ ਸੁਭਾਇਮਾਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਸ ਪ੍ਰਥਾਏ ਪਵਿੱਤਰ ਸ਼ਬਦ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਗੌੜੀ ਗਵਾਰੇਰੀ ਮਹਲਾ ਤੀਜਾ। ਰਾਗ ਗੌੜੀ। ਗੌੜੀ ਰਾਗ ਦੀ ਕਿਸਮ ਗੌੜੀ ਗਵਾਰੇਰੀ। ਮਹੱਲਾ ਤੀਜਾ ਭਾਵ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਅਮਰਦਾਸ ਮਹਾਰਾਜ ਜੀ ਕੋਲ ਵੀ ਜੋਗੀ ਆਉਂਦੇ ਆ। ਗੋਰਖਨਾਥ ਦੇ ਚੇਲਿਆਂ ਨੇ ਜਾਂ ਗੋਰਖਨਾਥ ਨੇ ਬੜੀ ਕੋਸ਼ਿਸ਼ ਕੀਤੀ, ਜਿਹੜਾ ਇਹ ਨਾਨਕ ਨਿਰਮਲ ਪੰਥ ਚਲਾਇਆ ਆਪਣੇ ਵਿੱਚ ਰਲਗੱਡ ਕਰਨ ਦੀ ਸਾਰਿਆਂ ਨੇ ਕੀਤੀ ਵੀ ਇਹ ਨਵੀਂ ਲਹਿਰ ਨਾ ਚੱਲ ਪਵੇ। ਇਹ ਜਿਹੜੀ ਨਵੀਂ ਲਹਿਰ ਨਾਨਕ ਨੇ ਚਲਾਤੀ ਕਿਤੇ ਇਹ ਪ੍ਰਫੁੱਲਤ ਹੋ ਕੇ ਸਾਨੂੰ ਦਬਾ ਨਾ ਦੇਵੇ। ਸਾਰਿਆਂ ਨੇ ਕੋਸ਼ਿਸ਼ ਕੀਤੀ, ਬ੍ਰਾਹਮਣਾਂ ਨੇ ਵੀ ਕੀਤੀ। ਤਾਂ ਧੰਨ ਗੁਰੂ ਨਾਨਕ ਦੇ ਜਨੇਊ ਪਾਉਣ ਵੇਲੇ ਜਨੇਊ ਪਾਉਣ ਤੋਂ ਜਵਾਬ ਦੇ ਦਿੱਤਾ। ਬਟਾਲਾ ਸਾਹਿਬ ਸਤਿਗੁਰਾਂ ਦੀ ਸ਼ਾਦੀ ਹੋਈ ਤੇ ਉੱਥੇ ਸਤਿਗੁਰ ਨੇ ਅੱਗ ਦੇ ਫੇਰੇ ਨਹੀਂ ਲਏ। ਇੱਕ ਓਂਕਾਰ ਸ਼ਬਦ ਲਿਖ ਕੇ ਉਸ ਦੇ ਉੱਪਰੋਂ ਪ੍ਰਕਰਮਾ ਕੀਤੀ। ਇੱਕੋ ਸਤਨਾਮ ਸੀ, ਇੱਕ ਓਂਕਾਰ ਦੀ ਪ੍ਰਕਰਮਾ ਕੀਤੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰਦੇ ਹਾਂ। ਇਹ ਸਾਡਾ ਗੁਰੂ ਹੈ। ਗੁਰੂ ਨਾਨਕ ਦਾ ਗੁਰੂ ਇੱਕ ਓਂਕਾਰ ਪਰਮੇਸ਼ਰ ਹੈ। ਉਹਨਾਂ ਨੇ ਇੱਕ ਓਂਕਾਰ ਸ਼ਬਦ ਲਿਖ ਕੇ ਚੌਂਕੀ ਦੇ ਬਿਰਾਜਮਾਨ ਕਰਕੇ ਫਿਰ ਉਸ ਦੇ ਦੁਆਰੇ 4 ਪ੍ਰਕਰਮਾਂ ਕਰਕੇ ਵਿਆਹ ਕੀਤਾ। ਇਸ ਕਰਕੇ ਬ੍ਰਾਹਮਣ ਵੀ ਐਂਟੀ ਹੋ ਗਏ ਔਰ ਗੋਰਖਨਾਥ ਵਰਗਿਆਂ ਨੇ ਵੀ ਬੜਾ ਟਿਲ ਲਾਇਆ ਵੀ ਇਹ ਨਵੀਂ ਲਹਿਰ ਚੱਲੀ ਆ, ਇਹ ਸਾਡੇ ਵਿੱਚ ਮਿਲ ਜਾਵੇ ਕਿਤੇ। ਐਸਾ ਜੋਗੀ ਕਲੀ ਮੈਂ ਹਮਰਾ ਕਰੇ ਪੰਥਿਓ ਜੀ ਆਲਾ। ਜੇ ਸਾਡਾ ਜੋਗੀ ਬਣ ਜਾਵੇ ਤੇ ਫਿਰ ਬਈ ਸਾਡੀ ਬੱਲੇ ਬੱਲੇ ਹੋ ਜੂਗੀ। ਕਿਉਂ ਗਿਆਨ ਤਾਂ ਬਾਬੇ ਨਾਨਕ ਨੂੰ ਹੈਗਾ ਹੀ ਆ। ਉਹਨਾਂ ਨੇ ਦੇਖ ਲਿਆ ਗੋਰਖਨਾਥ ਵਰਗਿਆਂ ਨੇ ਵੀ ਬੜਾ ਗਿਆਨੀ ਹੈ ਬਈ ਇਹ ਤਾਂ ਹਰੇਕ ਗੱਲ ਦਾ ਜਵਾਬ ਜਿਹੜਾ ਉਹ ਦੇ ਦਿੰਦਾ ਹੈ। ਇਹਨੂੰ ਆਪਣਾ ਚੇਲਾ ਬਣਾਈਏ। ਗੋਰਖਨਾਥ ਨੇ ਵੱਡੇ ਵੱਡੇ ਚੇਲੇ ਬਣਾਏ, ਰਾਜੇ ਬਹੁਤ ਲੋਕ ਬਣਾਏ ਉਹਨੇ ਚੇਲੇ ਆਪਣੇ, ਪਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਮਗਰ ਨਹੀਂ ਲਾ ਸਕਿਆ। ਸਤਿਗੁਰਾਂ ਨੇ ਬਲਕਿ ਉਹਨਾਂ ਨੂੰ ਗਿਆਨ ਦਿੱਤਾ। ਉਸ ਤੋਂ ਬਾਅਦ ਜਦੋਂ ਵੀ ਗੁਰੂਆਂ ਨੇ ਅੱਗੇ ਗੱਦੀ ਦਿੱਤੀ ਨਾ,
कि गोरखनाथ के चेलियां ने आके जरूर परखना किया भी की उन्नी पावर ही रखदा जां ये साडे मगर लग जाएगा। गुरु अंगद देव जी कोल भी आए। अज के शब्द में दस दिया कि गुरु अमरदास महाराज जी कोल भी आए। अथानका है जिस वेले गुरु अमरदास जी गोविंदवाल साहब बैठ के विराजमान होके संगतां नूं तारदे आए ते एक जोगी आए ते जोगी कहंदे महाराज असी धातां मार लैने आ, भाव सोना चांदी लोहा तांबा आदि ये मार के दियां दवाइयां बनदियां। जे सोना अज 50,000 नूं तोला है तो उहदी बनाई हुई दवाई जिहड़ी है ਲੱਖਾਂ ਰੁਪਏ ਤੋਲਾ ਵਿਕ ਸਕਦੀ ਹੈ। ਕੋਈ ਸਤਨਾਮ ਸੀ ਭਾਵ ਮਹਿੰਗਾ ਹੋ ਜਾਂਦਾ ਮਾਰਿਆ ਹੋਇਆ। ਆਮ ਕਹਾਵਤ ਹੈ ਹਾਥੀ ਮਰਿਆ ਲੱਖ ਦਾ ਮਰਿਆ ਸਵਾ ਲੱਖ ਦਾ ਜਿਉਂਦਾ ਲੱਖ ਦਾ। ਕੋਈ ਸਤਨਾਮ ਸੀ ਭਾਵ ਹਾਥੀ ਮਾਰਨਾ ਬਹੁਤ ਔਖਾ ਹੈ। ਇਸੇ ਤਰ੍ਹਾਂ ਗੁਰਮਤਿ ਕਹਿੰਦੀ ਇਹ ਮਨ ਜੇ ਕਿਤੇ ਮਰ ਜਾਵੇ ਤੇ ਇਹਦੀ ਕੀਮਤ ਵੀ ਬਹੁਤ ਹੋ ਸਕਦੀ ਆ। ਕੋਈ ਸਤਨਾਮ ਸੀ ਇਹਦੀ ਵੀ ਕੀਮਤ ਵੱਧ ਸਕਦੀ ਹੈ। हाथी जिउंदा लख दा मरिया सवा लख दा मारना बहुत औखा ना हाथी। इसे तरह ही कहते ये मन जे मर जावे तो फिर इसका भी मुल पै सकता, पर मन का मरना बड़ा मुश्किल है। मारना खुद ने खुद नूं ही आ, दूजा तेनू मार भी नहीं सकता। तो जोगियां ने आके गल चलाई उथानका मुताबक बई महाराज तुसी अपने सिखां नूं धातां मारन सिखाओ। काहदे वास्ते? कहंदे महाराज धातां नूं मार के इन्हां दी दवाई बन जाती है। देखो लोहा तांबा चांदी सोना हल्का ही आ, थोड़े वजन पैसों का ही आ, सस्ता ही आ। भाव उदों तो बहुत घट रेट होंदे सन ते जे इन्हां दी दवाई मारी बनाई जाए तो यह 10 गुणा मुल इन्हां दा वध जांदा। अच्छा सतगुरु पातशाह पहला उन्हां दीयां गल्लां सुनते रहे, संगतां भी बैठियां कोले सुन रहीआं गल्लां। हुण जे गुरु अमरदास जी उन्हां दी गल मन के उन्होंने कहंदे सिखाओ तो हौली उन्होंने घुस पैठ करके सिखां नूं बदल के जोगी बना देना सी। कोई सतनाम सी। पर सतगुरु बड़ी लंबी सोचते आ, दिव्य दृष्टि रखते आ। वो कहन लगे एक होर चीज़ है, जे वो मर जाए ना ये सारियां आटोमैटिक ही मर जाणगियां। कोई सतनाम सी। मारे होर की चीज़ है वो किहड़ी चीज़ जिहड़ी मारी जाए तो सब कुछ मर जाएगा। तो प्रीतम जी शब्द उचारते हैं मन मारे धात मर जाए। जे मन मार लीए तो धातां सारियां मर जाणगियां, इन्हां धातां दी लोड़ ही नहीं पैनी। मन मारना औखा। पातशाह कहंदे मन मारे धात मर जाए, बिन मूए कैसे हर पाए। सतगुरु नानक देव तो लैकर के 10वें पातशाह तक इको एक मकसद है, पूजा अकाल की करौनी। शाम की साखी आपां पढ़ी, जिस वेले धरती ने पुकारां कीतियां कि मैं हुण गर्क चली हाँ, मैथों हुण दुनिया का भार झलिया नहीं जाता। भाई गुरदास जी मुताबक पातशाह पुछदे आ बई तैनूं काहदा भार है? भाएं भोए भारी पर्वतां की धरती तैनूं पहाड़ां दा भार है? आसमान कहंदे जिहड़े आसमानां नाल लगदे आ, बड़े उच्चे उच्चे पहाड़ आ, हिमालय पर्वत वगैरह, कहंदे नहीं इन्हां दा भार नहीं है। फिर भारे भूई नद नालियां नदियां दा दरियावां दा सागरां दा भार लगदा है। दिन रात बहंदे जो दिन रात बहिंदे रहिंदे आ, नहीं इन्हां दा भार भी नहीं। फिर काहदा भार है? भारे भूई अकिरत कण मंदी हूँ मंदे, जिहड़े दुनिया विच अकिरत कण पैदा हो गए, जिहड़े किसी दी कीती दा मुल नहीं पाउंदे, अपने वड्डियां दीयां कीतियां नूं भुल जांदे आ, जिहड़े उहनां नूं अकिरत कण कहंदे आ। इन्हां दा भार नहीं झल्लिया जांदा। फिर परमेश्वर ने कहा सी फिर ठीक है, वैसे मैं पहला बहुत भेजे, जब पहले हम श्रेष्ठ बनाई दाई रच दिए दुखदाई। जिहड़ा पहला मनुख बनाया उस दे विच इन्नी पावर भरती ताकत भरती, वो दैंतां वाली बिरती लैके बह गया। तेसा बल भुजा उरझाए भी मैं असीं बड़े तकड़े हाँ।
ਉਹ ਤਾਕਤ ਨੂੰ ਲੈ ਕੇ ਜਿਵੇਂ ਬਾਲੀ ਸੁਗਰੀਵ ਵਰਗੇ, ਗੁਰੂ ਪਿਆਰਿਓ ਹਰਨਕਸ਼ ਵਰਗੇ, ਉਸ ਤੋਂ ਪਹਿਲਾਂ ਦੇ ਰਾਜੇ, ਇਹ ਸਾਰੇ ਇਸ ਕਰਕੇ ਲੜਦੇ ਰਹੇ ਕਿ ਸਾਡੀ ਤਾਕਤ ਵਾਲੀ ਆ। ਕੋਈ ਸਤਨਾਮ। ਪਰਮੇਸ਼ਰ ਕਹਿੰਦੇ ਤੇ ਹਮ ਤਨਕ ਤਮਕਮੋ ਖਾਪੇ, ਤੇ ਮੈਂ ਉਹਨਾਂ ਨੂੰ ਥੋੜਾ ਜਿਹਾ ਗੁੱਸਾ ਕੀਤਾ ਤੇ ਖਤਮ ਕਰਤਾ। ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਗਾ, ਜੇ ਟੇਢੀ ਨਜ਼ਰ ਹੋ ਜੇ ਤਾਂ ਵੱਡੇ ਵੱਡੇ ਰਾਜਿਆਂ ਨੂੰ ਇੰਨੇ ਕਮਜ਼ੋਰ ਕਰ ਦੇਵੇ ਜਿਵੇਂ ਘਾਹ ਦਾ ਤੀਲਾ ਸਿੱਧਾ ਨਹੀਂ ਖੜ ਸਕਦਾ, ਇੰਨਾ ਕਮਜ਼ੋਰ ਕਰ ਦੇਵੇ। ਉਹ ਮੈਂ ਮਾਰਤੇ, ਖਤਮ ਕਰਤੇ ਦੈਂਤ ਬਿਰਤੀ ਵਾਲੇ ਲੋਕ। ਤੇ ਫਿਰ ਤਿਨਕੀ ਠੌਰ ਦੇਵਤਾ ਥਾਪੇ, ਉਹਦੀ ਥਾਂ ਤੇ ਫਿਰ ਮੈਂ ਥੋੜੇ ਗਿਆਨਵਾਨ ਲੋਕ ਪੈਦਾ ਕੀਤੇ, ਵੀ ਇਹਨਾਂ ਦੀ ਬੁੱਧੀ ਵਿੱਚ ਗਿਆਨ ਭਰੀਏ। ਜਦੋਂ ਉਹਨਾਂ ਨੂੰ ਮੈਂ ਗਿਆਨ ਦਿੱਤਾ, ਉਹਨਾਂ ਨੇ ਥੋੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਤੇ ਸਭ ਬਲ ਪੂਜਾ ਉਰਝਾਏ, ਉਹ ਆਪਦੀ ਪੂਜਾ ਕਰਾਉਣ ਲੱਗੇ। ਉਹਨਾਂ ਨੇ ਵੀ ਮੇਰੀ ਗੱਲ ਨਾ ਕੀਤੀ ਜਾ ਕੇ ਦੁਨੀਆ ਵਿੱਚ। ਬ੍ਰਹਮਾ ਆਪ ਹੀ ਕੋ ਬ੍ਰਹਮ ਬਖਾਨਾ, ਕਹਿੰਦਾ ਮੈਂ ਹੀ ਰੱਬ ਹਾਂ। ਇਸੇ ਤਰ੍ਹਾਂ ਸ਼ਿਵ ਅਚੁੱਤ ਠਹਿਰਾਇਓ, ਮਹਾਦੇਵ ਅਚੁੱਤ ਠਹਿਰਾਇਓ। ਮਹਾਦੇਵ ਕਹਿੰਦਾ ਮੈਂ ਰੱਬ ਹਾਂ। ਇਹਨਾਂ ਨੂੰ ਵੀ ਖਤਮ ਕੀਤਾ। ਫਿਰ ਸਾਧ ਪੈਦਾ ਕੀਤੇ। ਸਾਧਾਂ ਵਿੱਚੋਂ ਵੀ ਕਈ % ਸਾਧ ਜਿਹੜੇ ਹੈ ਉਹ ਆਪਣੇ ਆਪ ਨੂੰ ਰੱਬ ਕਹਾਉਣ ਲੱਗੇ, ਔਰ ਥੱਲੇ ਜਾ ਕੇ ਦੁਨੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਮੋਹਰਾਂ ਲਾਤੀਆਂ। ਕਿਸੇ ਨੇ ਕੰਠੀ ਕੰਠ ਕਾਠ ਕੀ ਡਾਰੀ ਲੱਕੜ ਦੀਆਂ ਮਾਲਾ ਪਵਾਤੀਆਂ ਵੀ ਸਾਡੀ ਨਿਸ਼ਾਨੀ ਆ। ਸਾਰੇ ਜਿੰਨੇ ਵੀ ਡੇਰੇਵਾਰ ਹੈ ਉਹ ਆਪੋ ਆਪਣੀਆਂ ਨਿਸ਼ਾਨੀਆਂ ਲਾਉਂਦੇ ਆ ਲੋਕਾਂ ਦੇ। ਕੋ ਸਤਨਾਮ ਸੀ ਬਈ ਇਹ ਮੇਰੇ ਚੇਲੇ ਆ। ਆ ਭੇਡਾਂ ਵੇਖੀਆਂ ਤੁਸੀਂ? ਭੇਡਾਂ ਦੇ ਕਈ ਵਾੜੇ ਹੁੰਦੇ ਆ, ਔਰ ਉਹ ਨਿਸ਼ਾਨੀ ਵਾਸਤੇ ਉਹਨਾਂ ਉੱਤੇ ਰੰਗ ਲਾਉਂਦੇ ਆ। ਕੋਈ ਪੀਲਾ ਰੰਗ ਲਾ ਦਿੰਦਾ, ਲਖੀਰ ਮਾਰਦਾ ਉਹਦੇ ਵਾਲਾਂ ਦੇ ਉੱਤੇ, ਢੂਈ ਤੇ, ਕੋਈ ਲਾਲ ਮਾਰਦਾ, ਕੋਈ ਖੱਟੀ ਮਾਰਦਾ, ਨਿਸ਼ਾਨੀ ਹੁੰਦੀ ਹੈ ਵੀ ਇਹ ਸਾਡੀਆਂ ਭੇਡਾਂ। ਕੋਈ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਪਰਮੇਸ਼ਰ ਕਹਿੰਦਾ ਫਿਰ ਮੈਂ ਮਨੁੱਖ ਭੇਜੇ ਸਾਧ ਬਣਾ ਕੇ, ਜਿਨ ਜਿਨ ਤਨਕ ਸਿੱਧੀ ਕੋ ਪਾਇਓ, ਤਿਨ ਤਿਨ ਆਪਣਾ ਰਾਹ ਚਲਾਇਓ। ਭਾਈ ਗੁਰਦਾਸ ਜੀ ਦੇ ਬਚਨਾਂ ਦੇ ਵਿੱਚ ਵੀ ਇਹ ਬਚਨ ਹਨ। ਜਿਨ੍ਹਾਂ ਜਿਨ੍ਹਾਂ ਨੂੰ ਭੋਲਾ ਰਿੱਧੀ ਸਿੱਧੀ ਦੇ ਕੇ ਭੇਜਿਆ ਦੁਨੀਆ ਵਿੱਚ, ਉਹਨਾਂ ਨੇ ਆਪ ਦਾ ਹੀ ਰਾਹ ਚਲਾ ਲਿਆ। ਮੇਰੀ ਗੱਲ ਕਿਸੇ ਨੇ ਨਹੀਂ ਕੀਤੀ। ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ, ਹੁਣ ਮੈਨੂੰ ਖੁਦ ਹੀ ਆਉਣਾ ਪੈਣਾ। ਫਿਰ ਉਹ ਗੁਰੂ ਨਾਨਕ ਬਣ ਕੇ ਆਇਆ, ਔਰ ਗੁਰੂ ਨਾਨਕ ਤੋਂ ਲੈ ਕੇ 10ਵੇਂ ਜਾਮੇ ਤੱਕ ਆਪਣਾ ਮਕਸਦ ਭੁਲਾਇਆ ਨਹੀਂ। ਬਾਕੀ ਵੀ ਕੰਮ ਚੱਲਦੇ ਰਹੇ, ਪਰ ਮੇਨ ਮਕਸਦ ਹੈ ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਮੇਨ ਮਕਸਦ ਸਤਿਗੁਰਾਂ ਦਾ ਕੀ ਹੈ? ਦੁਨੀਆ ਨੂੰ ਉਸ ਭਾਵ ਨਾਲ, ਉਸ ਸ਼ਕਤੀ ਨਾਲ ਜੋੜਨਾ ਜਿਹੜੀ ਸਭ ਦੀ ਇੱਕ ਅਕਾਲ ਪੁਰਖ ਸ਼ਕਤੀ ਹੈ। ਤੋ ਇਸ ਕਰਕੇ ਜੇ ਕਿਤੇ ਜਪਜੀ ਸਾਹਿਬ 'ਚ ਕਹਿੰਦੇ ਆ ਮਨ ਜੀਤੇ ਜਗ ਜੀਤ, ਜਗ ਜਿੱਤਣਾ ਤੇ ਆਪਣੇ ਆਪ ਨੂੰ ਜਿੱਤ ਲਾ, ਧਾਤਾਂ ਮਾਰਨੀਆਂ ਤੇ ਆਪਣੇ ਆਪ ਨੂੰ ਮਾਰ ਲਾ। ਤੇ ਅੱਜ ਜੋਗੀ ਕਹਿੰਦੇ ਮਹਾਰਾਜ ਤੁਸੀਂ ਧਾਤਾਂ ਮਾਰਨੀਆਂ ਸਿੱਖੋ ਤੇ ਨਾਲੇ ਸਿੱਖਾਂ ਨੂੰ ਸਿਖਾਓ ਆਪਣਿਆਂ ਨੂੰ। ਬਾਬਾ ਜੀ ਕਹਿੰਦੇ ਨਹੀਂ, ਜੇ ਮਨ ਮਾਰ ਲਈਏ ਤੇ ਧਾਤ ਨੂੰ ਮਾਰਿਆ ਜਾ ਸਕਦਾ। ਹੁਣ ਧਾਤ ਦਾ ਇੱਕ ਅਰਥ ਹੈ ਸੋਨਾ ਚਾਂਦੀ ਅਬਰਕ ਲੋਹਾ ਤਾਂਬਾ ਆਦਿ, ਇਹ ਧਾਤਾਂ ਹਨ। ਦੂਸਰੀ ਧਾਤ ਦਾ ਮਤਲਬ ਹੈ ਮਨ ਦਾ ਧਾਵਨਾ, ਮਨ ਦਾ ਭਜਨਾ, ਮਨ ਦੀ ਭਟਕਣਾ। ਕੋ ਸਤਨਾਮ ਸੀ। ਇਹ ਜੇ ਮਨ ਦੀ ਭਟਕਣਾ ਰੁਕ ਜਾਵੇ ਤਾਂ ਇਹਨਾਂ ਮਾਰਨ ਵਾਲੀਆਂ ਧਾਤਾਂ ਦੀ ਲੋੜ ਹੀ ਨਹੀਂ ਪੈਣੀ ਸਾਨੂੰ। ਕੋ ਸਤਨਾਮ ਸੀ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਤੇ ਜਿੰਨਾ ਚਿਰ ਇਹ ਮਰਦਾ ਨਹੀਂ ਉਹਨਾਂ ਚਿਰ ਇਸ ਨੂੰ ਹਰੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੋਗੀਆਂ ਦਾ ਸ਼ਾਇਦ ਪੰਥ ਚੱਲਿਆ ਤਾਂ ਸੀਗਾ ਰੱਬ ਨੂੰ ਪਾਉਣ ਵਾਲਿਆਂ ਦਾ ਬਣ ਕੇ, ਪਰ ਅੱਗੇ ਜਾ ਕੇ ਭਟਕ ਗਏ। ਆ ਦਵਾਈਆਂ ਦੇ ਚੱਕਰਾਂ 'ਚ ਪੈ ਗਏ। ਕਹੋ ਸਤਨਾਮ ਸ੍ਰੀ। ਘਰੋਂ ਮਨੁੱਖ ਨਿਕਲਦਾ ਪਰਮੇਸ਼ਰ ਨੂੰ ਪਾਉਣ ਲਈ, ਪਰ ਅੱਗੇ ਜਾ ਕੇ ਮਕਸਦ ਭੁੱਲ ਜਾਂਦਾ ਤੇ ਕਿਸੇ ਹੋਰ ਹੀ ਰਸਤੇ ਚੱਲ ਪੈਂਦਾ। ਚਾਲੇ ਥੇ ਹਰ ਮਿਲਨ ਕੋ, ਵਿਚੇ ਅਟਕਿਓ ਚੀਤ। ਰਾਹ ਵਿੱਚ ਹੀ ਕਿਤੇ ਫਸ ਜਾਂਦਾ, ਕਿਸੇ ਹੋਰ ਹੀ ਕੰਮ ਲੱਗ ਜਾਂਦਾ। ਇਸੇ ਤਰ੍ਹਾਂ ਇਹ ਗੋਰਖਨਾਥ ਦੇ ਵੱਡੇ, ਇਹਦਾ ਗੁਰੂ ਮਛੰਦਰਨਾਥ ਹੈ। ਮਛੰਦਰਨਾਥ ਦਾ ਕੋਈ ਗੁਰੂ ਹੋਵੇਗਾ ਜਿਹੜਾ ਇਹਨਾਂ ਦਾ ਪਹਿਲਾ ਮਨੁੱਖ ਹੈ, ਘਰੋਂ ਤਾਂ ਨਿਕਲਿਆ ਹੋਵੇਗਾ ਰੱਬ ਪਾਉਣ ਲਈ, ਪਰ ਅੱਗੇ ਜਾ ਕੇ ਕਨਵਰਟ ਹੋ ਗਿਆ, ਧਿਆਨ ਸੰਸਾਰ ਵਿੱਚ ਫਿਰ ਫਸ ਗਏ। ਘਰ ਕੀ ਨਾਰ ਤੇ ਆਗੇ ਅੰਧਾ ਪਰ ਨਾਰੀ ਸਿਓ ਘਾਲੈ ਕੰਦਾ।
सतगुरु पातशाह जी कहते सिद्धो जोगियो सानू लोड़ है मन मारन दी। बिन मूए कैसे हर पाए, जिन्ना चिर मन मर नहीं जाता उन्ना चिर ये हरि नूं प्राप्त नहीं कर सकता, परमेश्वर नूं मिल नहीं सकता गा। मन मारे मन मरै दारू जाने कोए। हुण मन किवें मरूगा? धनता नूं मारन दा ढंग जोगियां नूं पता है, जानदा बाबा भी है, पातशाह भी सब जानते हैं, सर्व कला समर्थ है। पर इस पासे सानू पाया नहीं जान बुझ के बई फिर इन्हां दा रस्ता बदल जाना। कोई सतनाम सी। इस करके मन मारन की गल ही कीती है। जे पारे की गल करिए ना, पारा जिसनों गुरु प्यारिओ मारना बहुत औखा है। पारे नूं जे आपां डोल दईए धरती ते ते वो किणका किणका होकर खिंड जाता। जो किणके इकट्ठे कर लीए फिर एक बन जाता। जिस तरह पारा नहीं खड़दा, आ साइंस ने पारे दे नाल ही वो मिस्त्रियां दा एक कंध नूं सीधी देखण वाला पुरजा बनाया, वो पारा ही है। सूत भी कंध उच्ची नीवी हुंदी है ते पारा उधर नूं चलिया जांदा। कोई सतनाम सी। तां इस तरह गुरु प्यारिओ पारा जिहड़ा है बड़ा ही मतलब लचकदार है, टिकदा नहीं। उस तरह का मन है, मन साडा पारे वर्गा ही है। कोई सतनाम सी। हुणे पारा कोई खास कीमत नहीं रखता। कच्चा पारा जे लईए ना सस्ता ही मिल जाता बाजार चों। पर वैद लोगों ने पारे नूं मार के उहदियां दवाइयां बनाईयां ते मारन तो बाद पारा उही गोडियां दे दर्दां नूं, जोड़ां दे दर्दां नूं खत्म करदा। जे कोई कच्चा खा ले तो उही दर्द वधाउंदा। इस तरह मन साडा पारे वांगू जिन्ना चिर कच्चा है ये शरीर नूं दुख दिंदा। कोई सतनाम श्री। पारा जे किसी के अंदर कच्चा टप जावे ना, तुसीं पारा रख दिओ ते जे चूहा उसनूं पी लवे तो खिंचिया जाता, मूँह नाल पानी वांगू खिंचिया जाता, अंदर चलिया जाता। अंदर जाके उहदे पेट दे विच फिर इकट्ठा होकर वेट बन जाता। वो चूहा तुर नहीं सकता मुड़ के। कोई सतनाम श्री। इस तरह ही साडा मन पारे दी न्याय, जिन्ना चिर कच्चा है उन्ना चिर दुख दिंदा। ते जदों ये मन नूं मारिया जावे, मन मरै दारू जाने कोए। ये मन नूं किवें मारीए? पारे नूं मारन दीआं जुगतियां, धातां नूं मारन दीआं जुगतियां तो लोग सिख गए, पर मन मारन दी जुगती गुरु तो बगैर समझ नहीं आउंदी। कोई सतनाम सी। मन मरै दारू जाने कोए। ये मन मरदा है, इसनूं मारन दी दवाई कोई बिरला जानदा है। हुण जोगी सतगुरां दीआं विचारां सुन के प्रभावित होए, कहंदे अच्छा जी फिर ये किवें मारिया जाऊगा? कोई सतनाम श्री। क्योंकि किसी सीखण वाले की इच्छा हुंदी है कि मैं आ भी सीख ला, आ भी सीख ला, आ भी सीख ला। शायद जोगी पूछ रहे हैं भी सानू मन मारना आ जाए तो असीं ये भी लोगों को सिखा दिया करिए, पर यह काम गुरु ही जानता है। कोई सतनाम श्री। गुरु ही जानता है। किसी फकीर ने कहा मरवे खसमा मरवे, तेरे मरे तो वसदा करवे। तू मरे तो सुहागण होई, तेरे जिउंदे मिलन टोई। उन्होंने फकीरां ने इस शरीर नूं ही गुरु प्यारो जीव इस्त्री बना के मन नूं इसदा मालक बना के कहा कि जे तू मर जावे तो मैनू ढोई मिल जाए गुरु चरनां विच, पर जिन्ना चिर तू जिउणा उन्ना चिर मैं भटकदी रहिंदी हां। कोई सतनाम सी। जे तू मर जावे तो मैं सुहागण हो जावां, भाव परमेश्वर नूं मिल जावां, मालक नाल मिल जावां। इस करके मना जे तू मर जावे। मन जीते जग जीत, मन मारे धात मर जाए। इन्हां दोहां शब्दां दा इक्को ही अर्थ है। मेरे प्रीतम जी कहंदे मन मरै दारू जाने कोए, मन शब्द मरै बूझै जन सोए। ये मन शब्द दे नाल मरदा है। जिन्हें शब्द नाल मन नूं मार लिया, बूझै जन सोए, उन्हें इस आत्मा नूं ते परमात्मा नूं देख लिया, अपने निज स्वरूप नूं जान लिया। जिन्हां ने अपने आप नूं मार लिया ना, संसार वालों मार के दरगाह वाल चल पे, परमेश्वर नाल जुड़ गए, उन्होंने अपने आप नूं बुझ लिया। ਉਹ ही समझ सकता है जिन्हें मन नूं शब्द नाल जोड़ के मार लिया। शब्द दे नाल ही मन मरदा।
ਹੁਣ ਤੁਸੀਂ ਕਹੋਗੇ ਵੀ ਸਮਝ ਨਹੀਂ ਆਉਂਦੀ ਇਹ ਮਨ ਕੀ ਹੈ ਤੇ ਮਰਿਆ ਕਿਵੇਂ ਤੇ ਜਿਉਂਦਾ ਕਿਵੇਂ ਆ। ਜਿਉਂਦਾ ਤਾਂ ਇਸੇ ਤਰ੍ਹਾਂ ਹੀ ਆ ਵੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਕਾਮ ਦੀ ਗੱਲ ਸੁਣ ਪਈ ਉਧਰ ਨੂੰ ਚੱਲ ਪਿਆ, ਮੋਹ ਦੀ ਗੱਲ ਸੁਣ ਲਈ ਉਧਰ ਨੂੰ ਚੱਲ ਪਿਆ, ਲੋਭ ਲਾਲਚ ਦਾ ਪਤਾ ਲੱਗਿਆ ਵੀ ਉੱਥੇ ਫਲਾਣੇ ਥਾਂ 1 ਲਾ ਕੇ 10 ਬਣਦੇ ਆ, ਜੂਆ ਲਾਲਚ ਕਰਕੇ ਉਧਰ ਨੂੰ ਚੱਲ ਪਿਆ। ਇਹ ਮਨ ਤਰਲ ਪਦਾਰਥ ਪਾਰੇ ਵਰਗਾ ਹੈ। ਕੋਈ ਸਤਨਾਮ ਤੇ ਮਨ ਮਰਦਾ ਸ਼ਬਦ ਨਾਲ ਕਿਵੇਂ ਹੈ? ਜਦੋਂ ਗੁਰੂ ਸ਼ਬਦ ਰਾਹੀਂ ਗਿਆਨ ਦਿੰਦਾ ਫਿਰ ਅਸੀਂ ਟਿਕ ਜਾਂਦੇ ਹਾਂ ਵੀ ਚੱਲ ਛੱਡ ਜਾ, ਚੱਲ ਠੀਕ ਆ। ਫਿਰ ਮਨ ਰੁਕਦਾ। ਜਦੋਂ ਸਤਿਗੁਰੂ ਪਾਤਸ਼ਾਹ ਜੀ ਇਸ ਮਨੁੱਖ ਨੂੰ ਗਿਆਨ ਦਿੰਦੇ ਆ, ਜਿਸ ਤਰ੍ਹਾਂ ਇੱਕ ਰਾਜਾ ਜੰਗਲ ਦੇ ਵਿੱਚ ਜਾਂਦਾ ਹੈ, ਇੱਕ ਫਕੀਰ ਦੀ ਕੁਟੀਆ 'ਚੋਂ ਪਾਣੀ ਪੀਣ ਜਾਂਦਾ, ਔਰ ਅੱਗੇ ਫਕੀਰ ਦੀ ਇੱਕ ਲੜਕੀ ਬੈਠੀ ਆ, ਉਹਦੇ ਨਾਲ ਧੀ ਪਿਓ ਦੋਨੇ ਜੰਗਲਾਂ ਵਿੱਚ ਰਹਿੰਦੇ ਆ ਕੁਟੀਆ ਪਾ ਕੇ। ਔਰ ਲੜਕੀ ਨੂੰ ਦੇਖ ਕਰਕੇ ਰਾਜਾ ਬੜਾ ਖੁਸ਼ ਹੋਇਆ ਤੇ ਫਕੀਰ ਨੂੰ ਕਹਿੰਦਾ ਵੀ ਲੜਕੀ ਦਾ ਮੇਰੇ ਨਾਲ ਵਿਆਹ ਕਰ ਦੇ। ਫਕੀਰ ਕਹਿੰਦਾ ਰਾਜਾ ਸਾਹਿਬ ਤੁਹਾਡੀ ਵੱਡੀ ਉਮਰ ਹੈ, ਮੈਂ ਲੜਕੀ ਵਿਆਹਣੀ ਨਹੀਂ, ਇਹਨੇ ਭਗਤੀ ਕਰਨੀ ਹੈ। ਰਾਜਾ ਕਹਿੰਦਾ ਵੀ ਦੇਖ ਜੇ ਤੂੰ ਮੇਰੇ ਨਾਲ ਪਿਆਰ ਨਾਲ ਨਹੀਂ ਵਿਆਹੇਗਾ ਮੈਂ ਚੱਕ ਕੇ ਲੈ ਜਾਊਂਗਾ। ਫਕੀਰ ਨੇ ਜੁਗਤ ਸੋਚੀ ਵੀ ਇਹਦਾ ਰੂਪ ਦੇਖ ਕੇ ਮੋਹਿਤ ਹੋਇਆ। ਇਹ ਕਹਿਣ ਲੱਗਿਆ ਵੀ ਮਹੀਨੇ ਕਿਲੋਂ ਆ ਜੀ, ਚੱਲ ਫਿਰ ਸੋਚ ਲੈਂਦੇ ਆ। ਕੋਈ ਸਤਨਾਮ ਮਹੀਨਾ ਉਹਦੇ ਕੋਲੋਂ ਲੈ ਲਿਆ ਤੇ ਇਸ ਮਹੀਨੇ ਦੇ ਦੌਰਾਨ ਉਸ ਨੇ ਲੜਕੀ ਨੂੰ ਜਾਣ ਬੁੱਝ ਕੇ ਦੱਸ ਕੇ ਇਹੋ ਜਿਹਾ ਕੁਝ ਖਵਾਇਆ ਕਿ ਉਸ ਨੂੰ ਗੁਰੂ ਪਿਆਰਿਓ ਬਿਮਾਰ ਹੋ ਗਈ, ਜੋ ਖਾਵੇ ਉਲਟੀਆਂ ਲੱਗ ਜਾਣ। ਪਰ ਉਹਦੀ ਉਲਟੀ ਨੂੰ ਕਿਸੇ ਬਾਲਟੀ ਕਿਸੇ ਭਾਂਡੇ ਵਿੱਚ ਪਾਈ ਜਾਵੇ। ਕੋ ਸਤਨਾਮ ਸੀ। ਮਹੀਨੇ ਦੇ ਵਿੱਚ ਲੜਕੀ ਦਾ ਰੰਗ ਜਿਹੜਾ ਉਹ ਗੋਰਾ ਸੀਗਾ, ਜਿਹੜਾ ਉਹ ਕਾਲਾ ਪੈ ਗਿਆ, ਮੰਜੇ 'ਚ ਪਈ ਹੈ। ਰਾਜਾ ਆਇਆ, ਕਹਿੰਦਾ ਹਾਂ ਬਾਬਾ ਕਿੱਥੇ ਹੈ ਲੜਕੀ? ਕਹਿੰਦੇ ਲੜਕੀ ਤਾਂ ਪਈ ਆ ਮੰਜੇ 'ਚ, ਲੈ ਜਾ। ਇਹ ਲੜਕੀ ਥੋੜਾ ਹੀ ਉਹ ਕਿੱਥੇ? ਉਹਦੇ ਨਾਲ ਹੀ ਕਹਿੰਦੇ ਉਹੋ ਹੀ ਆ, ਉਹ ਤਾਂ ਬੜੀ ਸੋਹਣੀ ਸੀ। ਕਹਿੰਦਾ ਉਹ ਸੁੰਦਰਤਾ ਬਾਲਟੀ 'ਚ ਪਈ ਆ, ਉਹ ਵੀ ਲੈ ਜਾ ਨਾਲ। ਕੋ ਸਤਨਾਮ ਸੀ। ਉਹ ਸੁੰਦਰਤਾ ਬਾਲਟੀ 'ਚ ਪਈ ਆ। ਇਉਂ ਫਕੀਰ ਨੇ ਜੁਗਤੀ ਨਾਲ ਉਸ ਰਾਜੇ ਦੀ ਵਾਸ਼ਨਾ ਖਤਮ ਕੀਤੀ। ਕੋ ਸਤਨਾਮ ਸੀ। ਤੇ ਗੁਰੂ ਜਿਹੜਾ ਹੈ ਇਹ ਜੁਗਤੀ ਦੇ ਨਾਲ ਹੀ ਸਾਨੂੰ ਮਨ ਮਾਰਨਾ ਦੱਸਦਾ ਹੈ। ਰਾਜਾ ਚੁੱਪ ਕਰਕੇ ਮੁੜ ਗਿਆ। ਮੁੜ ਕੇ ਬੱਚੀ ਠੀਕ ਕਰ ਲਈ ਉਸਨੇ, ਦਵਾਈ ਦੂਈ ਦੇ ਕੇ। ਕਹਿਣ ਤੋਂ ਭਾਵ ਹੈ ਕਿ ਸਾਡਾ ਮਨ ਪਾਰੇ ਦੀ ਨਿਆਈ ਜਾਂਦਾ। ਜਿੱਧਰ ਥੋੜੀ ਜਿਹੀ ਵੀ ਨਿਵਾਨ ਹੁੰਦੀ ਹੈ ਮਨ ਉਧਰ ਭੱਜ ਲੈਂਦਾ। ਨਿਵਾਨ ਤੋਂ ਭਾਵ ਨੀਚਤਾ ਵੱਲ ਜ਼ਿਆਦਾ ਜਾਂਦਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪ੍ਰੀਤਮ ਜੀ ਕਹਿੰਦੇ ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸਨੋ ਬਖਸ਼ੈ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ। ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਦਾ ਹੈ ਉਹਨਾਂ ਨੂੰ ਗੁਰੂ ਮਿਲਾਉਂਦਾ ਹੈ। ਜਿਸਨੂੰ ਬਖਸ਼ੇ ਦੇ ਵਡਿਆਈ, ਜਿਹਨੂੰ ਵਡਿਆਈ ਦੇਣੀ ਹੈ ਉਹਨੂੰ ਗੁਰੂ ਕੋਲ ਲੈ ਕੇ ਜਾਂਦਾ ਹੈ। ਗੁਰ ਪ੍ਰਸਾਦ, ਗੁਰੂ ਕਿਰਪਾ ਕਰਦਾ ਫਿਰ ਉਸ ਤੇ ਵਸੈ ਮਨ ਆਈ। ਇਹ ਮਨ ਆਪਣੇ ਅੰਦਰ ਵਸ ਜਾਂਦਾ, ਇਹਦਾ ਭਟਕਣਾ ਖਤਮ ਹੋ ਜਾਂਦੀ ਆ। ਫਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਪ੍ਰੀਤਮ ਜੀ ਕਹਿੰਦੇ ਜਦੋਂ ਪਰਮੇਸ਼ਰ ਕਿਰਪਾ ਕਰਦਾ, ਜਿਨ੍ਹਾਂ ਨੂੰ ਆਪਣੇ ਨਾਲ ਮਿਲਾਉਂਦਾ ਉਹਨਾਂ ਨੂੰ ਪਹਿਲਾਂ ਗੁਰੂ ਨਾਲ ਮਿਲਾਉਂਦਾ। ਮਨ ਮਰੈ ਦਾਰੂ ਜਾਣੈ ਕੋਈ, ਇਹਦੀ ਦਵਾਈ ਗੁਰੂ ਕੋਲੇ ਆਏ। ਕਿਵੇਂ ਮਾਰਨਾ? ਧਾਤਾਂ ਨੂੰ ਮਾਰਨ ਦਾ ਢੰਗ ਜੋਗੀਆਂ ਨੂੰ ਆਉਂਦਾ, ਵੈਦਾਂ ਨੂੰ ਆਉਂਦਾ ਹੈ। ਪਰ ਇੱਕ ਮਨ ਹੈ, ਅਗਰ ਮਨ ਨਾ ਮਰੇ ਤੇ ਉਹਨਾਂ ਧਾਤਾਂ ਦੇ ਮਾਰਨ ਦਾ ਵੀ ਕੋਈ ਫਾਇਦਾ ਨਹੀਂ। ਉਹ ਧਾਤਾਂ ਵੀ ਖਾ ਕੇ ਬੰਦੇ ਨੂੰ ਹੋਰ ਭਟਕਣਾ ਵਿੱਚ ਪਾਉਣਗੀਆਂ। ਜਦ ਮਨ ਹੀ ਮਰ ਗਿਆ ਫਿਰ ਮਾਰੀਆਂ ਹੋਈਆਂ ਧਾਤਾਂ ਖਾਣ ਦੀ ਵੀ ਲੋੜ ਨਹੀਂ। ਫਿਰ ਉਹ ਟੌਨਕ, ਉਹ ਤਾਕਤ ਵਾਲੀਆਂ ਦਵਾਈਆਂ ਲੈਣ ਦੀ ਵੀ ਜ਼ਰੂਰਤ ਨਹੀਂ। ਜਦੋਂ ਮਨ ਹੀ ਵਿਸ਼ੇ ਵਿਕਾਰਾਂ ਵੱਲੋਂ ਮੁੜਿਆ ਆ, ਜਦੋਂ ਮਨ ਦੇ ਵਿੱਚੋਂ ਤਾਕਤ ਹੀ ਨਾ ਰਹੀ। ਇੱਕ ਸੱਜਣ ਠੱਗ ਹੈ, ਬੜੇ ਲੋਕ ਮਾਰੇ ਆ, ਠੱਗੀਆਂ ਮਾਰੀਆਂ, ਲੁੱਟਿਆ। ਪਰ ਜਿੱਦੇ ਬਾਬੇ ਨਾਨਕ ਨੇ ਗਿਆਨ ਦਿੱਤਾ ਉਹਦੇ ਉਹੀ ਸੱਜਣ ਠੱਗ ਕਹਿੰਦਾ ਹੁਣ ਤਾਂ ਮੈਥੋਂ ਕੁੱਤੇ ਦੇ ਸੋਟੀ ਨਹੀਂ ਵੱਜਦੀ। ਕੋ ਸਤਨਾਮ। ਹੁਣ ਤਾਂ ਮੈਥੋਂ ਡੱਕਾ ਨਹੀਂ ਤੋੜਿਆ ਜਾਂਦਾ। ਉਹ ਤੋੜਦਿਆਂ ਵੀ ਐਂ ਲੱਗਦਾ ਕਿ ਪੀੜ ਹੁੰਦੀ ਆ। ਤਾਂ ਸਤਿਗੁਰੂ ਪਾਤਸ਼ਾਹ ਜਦੋਂ ਗਿਆਨ ਦਿੰਦਾ ਫਿਰ ਮਨੁੱਖ ਦੇ ਅੰਦਰੋਂ ਇਹ ਪੰਜੇ ਵਿਕਾਰ ਡਾਊਨ ਹੋ ਜਾਂਦੇ ਆ, ਮਨ ਦੀ ਭਟਕਣਾ ਖਤਮ ਹੋ ਜਾਂਦੀ ਆ। ਫਿਰ ਸਮਝੋ ਸਾਰੀਆਂ ਧਾਤਾਂ ਹੀ ਮਾਰੀਆਂ ਗਈਆਂ, ਕਿਸੇ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ।
ਪ੍ਰੀਤਮ ਜੀ ਕਹਿੰਦੇ ਗੁਰ ਪ੍ਰਸਾਦ ਹਰ ਵਸੈ ਮਨ ਆਈ। ਗੁਰੂ ਕਿਰਪਾ ਕਰਕੇ ਹਰੀ ਨੂੰ ਹਿਰਦੇ ਵਿੱਚ ਵਸਾ ਦਿੰਦਾ ਹੈ। ਰਹਾਉ ਕਹਿੰਦਾ ਰੁਕੋ, ਠਹਿਰੋ, ਪਿੱਛੇ ਕੀ ਪੜਿਆ ਪਹਿਲਾਂ ਵਿਚਾਰੋ, ਫਿਰ ਅੱਗੇ ਚੱਲਦੇ ਆ। ਕੀ ਪੜਿਆ? ਗੁਰੂ ਦੀ ਕਿਰਪਾ। ਗੁਰ ਪ੍ਰਸਾਦ ਹਰ ਵਸੈ ਮਨ ਆਈ, ਇਹ ਰਹਾਉ ਦੀ ਪੰਕਤੀ ਆ। ਜਦੋਂ ਗੁਰੂ ਕਿਰਪਾ ਕਰਦਾ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਫਿਰ ਕੀ ਹੁੰਦਾ ਹੈ? ਰਹਾਉ ਗੁਰੂ ਨੇ ਕਿਰਪਾ ਕਰਤੀ, ਹੁਣ ਤੂੰ ਆਪ ਦੀ ਕਿਰਪਾ ਆਪਦੇ ਉੱਤੇ ਆਪ ਕਰ। ਹਉ ਮੈਂ ਦੀਰਘ ਰੋਗ ਹੈ दारू ਬਸ ਪੀ ਇਸ ਮਾਹੇ। ਹਉ ਮੈਂ ਵੱਡੀ ਬਿਮਾਰੀ ਆ, ਦਵਾਈ ਵੀ ਅੰਦਰ ਹੀ ਪਈ ਆ। ਪਰ ਅਗਲੀ ਪੰਕਤੀ ਯਾਦ ਕਰੋ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਕਿਹਦੀ ਕਿਰਪਾ ਹੈ? ਅਸੀਂ ਸੋਚਦੇ ਹਾਂ ਰੱਬ ਦੀ। ਉਹਨਾਂ ਨੇ ਤਾਂ ਕਰਤੀ, ਤੈਨੂੰ ਗੁਰੂ ਕੋਲੇ ਲਿਆਂਦਾ। ਫਿਰ ਗੁਰੂ ਦੀ ਕਿਰਪਾ ਉਹਨੇ ਵੀ ਕਰਤੀ, ਤੈਨੂੰ ਗਿਆਨ ਦੇਤਾ। ਹੁਣ ਤੂੰ ਕਿਰਪਾ ਕਰ, ਜਿਵੇਂ ਕਿਸੇ ਨੇ ਦੱਸਤਾ ਤੇਰੀ ਬਿਮਾਰੀ ਦਵਾਈ ਹਮ ਫਲਾਣੇ ਵੈਦ ਕੋਲੇ ਆ। ਵੈਦ ਕੋਲੇ ਪਹੁੰਚ ਗਿਆ, ਵੈਦ ਨੇ ਦਵਾਈ ਦੇਤੀ, ਤੇ ਅਗਲਾ ਕੰਮ ਤਾਂ ਬੰਦੇ ਦਾ ਆਪਦਾ ਦਵਾਈ ਖਾਣਾ ਬਈ। ਵੈਦ ਨੇ ਪਰਹੇਜ ਰੱਖਤੇ, ਵੈਦ ਨੇ ਦਵਾਈ ਦੇਤੀ, ਇਹ ਦੋਨੇ ਕੰਮ ਵੈਦ ਨੇ ਕਰਤੇ। ਹੁਣ ਅਗਲਾ ਕੰਮ ਤੇਰਾ ਹੈ। ਇਉਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਗੁਰੂ ਸਾਹਿਬ ਨੇ ਇੱਕ ਵਾਰੀ ਪੰਜਾਂ ਬਾਣੀਆਂ ਨਾਲ ਅੰਮ੍ਰਿਤ ਤਿਆਰ ਕੀਤਾ, ਸਾਨੂੰ ਦੇ ਦਿੱਤਾ। ਸਾਡੇ ਸਾਹਮਣੇ ਪੰਜ ਪਿਆਰਿਆਂ ਦੇ ਸੀਸ ਕੱਟ ਕੇ ਸਰਜੀਤ ਕਰਕੇ ਵਿਖਾਤੇ, ਦੱਸਿਆ ਵੀ ਇਹ ਦਵਾਈ ਕਿੰਨੀ ਪਾਵਰ ਰੱਖਦੀ ਆ। ਕੋ ਸਤਨਾਮ। ਇਹ ਦੱਸਣ ਵਾਸਤੇ ਸਾਨੂੰ ਪਹਿਲਾਂ ਤਾਂ ਨਹੀਂ ਦੱਸਿਆ ਵੀ ਅਸੀਂ ਅੰਮ੍ਰਿਤ ਛਕਾਵਾਂਗੇ, ਆ ਜਾਓ ਵੀ ਛਕਾਈਏ। ਫਿਰ ਤਾਂ ਸਾਰੇ ਇਕੱਠੇ ਹੋ ਕੇ ਭੱਜ ਲੈਂਦੇ, ਹਾਂ ਜੀ ਮੈਨੂੰ ਵੀ ਛਕਾਓ, ਮੈਨੂੰ ਵੀ ਛਕਾਓ। ਪਰ ਪਹਿਲਾਂ ਮੁੱਲ ਦੱਸਿਆ ਤੇ ਪਹਿਲਾਂ ਆਪਣੀ ਦਵਾਈ ਦੀ ਪਾਵਰ ਦੱਸੀ ਆ। ਕੋ ਸਤਨਾਮ ਸੀ। ਪਹਿਲਾਂ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਅਸੀਂ ਅੰਮ੍ਰਿਤ ਛਕਾਵਾਂਗੇ, ਤੁਹਾਨੂੰ ਆਹ ਦੇਵਾਂਗੇ। ਉਹਨਾਂ ਨੇ ਇਹ ਹਿੰਦੁਸਤਾਨ ਦੇ, ਭਾਰਤ ਦੇ, ਵੈਸੇ ਹਿੰਦੁਸਤਾਨ ਸ਼ਬਦ ਤਾਂ ਹੈ ਨਹੀਂ ਡਿਕਸ਼ਨਰੀ ਵਿੱਚ, ਇਹ ਤਾਂ ਬਾਅਦ 'ਚ ਬਣਿਆ। ਅਸਲੀ ਨਾਮ ਇਹ ਦੇਸ਼ ਦਾ ਭਾਰਤ ਹੈ। ਕੋ ਸਤਨਾਮ ਸੀ। ਹਿੰਦੁਸਤਾਨ ਨਾਮ ਨਹੀਂ ਹੈ, ਇਹ ਹਿੰਦੂਇਜ਼ਮ ਨਹੀਂ ਹੈ, ਇਹ ਭਾਰਤ ਹੈ। ਇਹ ਰੰਗ ਬਿਰੰਗੇ ਫੁੱਲਾਂ ਦਾ ਗੁਲਦਸਤਾ ਹੈ। ਇਹਦੇ ਵਿੱਚ ਹਰ ਤਰ੍ਹਾਂ ਦੇ ਧਰਮ ਦੇ ਲੋਕ ਵਸਦੇ ਆ। ਕੋ ਸਤਨਾਮ ਸੀ। ਤਾਂ ਭਾਰਤ ਵਰਸ਼ ਦੇ ਲੋਕ ਜਿਹੜੇ ਗੁਰੂ ਪਿਆਰੋ ਦਬੇਲ ਹੋ ਚੁੱਕੇ ਸੀ। ਮੁਗਲ ਲੋਕ ਜਿਹੜੇ ਇਹਨਾਂ ਨੂੰ ਲੁੱਟਦੇ ਕੁੱਟਦੇ ਮਾਰਦੇ ਸੀਗੇ, ਇਹਨਾਂ ਵਿੱਚੋਂ ਤਾਕਤ ਭਰਨੀ ਸੀ, ਕਿਉਂਕਿ ਖੱਤਰੀਆਂ ਤੇ ਧਰਮ ਛੋੜਿਆ। ਇਹਨਾਂ ਨੇ ਸ਼ਾਸਤਰ ਤਿਆਗਤਾ ਸੀਗਾ, ਸ਼ਾਸਤਰ ਝੁਕਾਉਣਾ ਸੀ ਇਹਨਾਂ ਨੂੰ। ਪਹਿਲਾਂ ਇਹਨਾਂ ਨੂੰ ਪਾਵਰ ਦੇਣੀ ਸੀ, ਤੇ ਪਰ ਕਿਸੇ ਨੂੰ ਮਾਰਨ ਤੋਂ ਪਹਿਲਾਂ ਖੁਦ ਨੂੰ ਮਰਨਾ ਪੈਂਦਾ। ਕੋਈ ਸਤਨਾਮ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੁਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤਾਂ ਇਸ ਤਰ੍ਹਾਂ ਪਹਿਲਾਂ ਖੁਦ ਨੂੰ ਮਰਨਾ ਪੈਂਦਾ। ਤੇ ਬਾਬਾ ਜੀ ਨੇ ਕਿਹਾ ਮੇਰਾ ਜਿਹੜਾ ਸ੍ਰੀ ਸਾਹਿਬ ਹੈ, ਤਲਵਾਰ ਹੈ, ਇੱਕ ਸੀਸ ਮੰਗਦੀ ਆ, ਤੇ ਉਹ ਸੀਸ ਦੇਣ ਵਾਲਾ ਹੈ ਕੋਈ? ਹੁਣ ਇੰਨੇ ਲੋਕਾਂ ਦੇ ਵਿੱਚ ਬੈਠੇ ਆ ਜਿਹੜੇ ਮੇਰੇ ਸਾਹਮਣੇ 239 ਸਾਲਾਂ ਤੋਂ ਚੱਲ ਰਹੀ ਹੈ ਪ੍ਰੈਕਟਿਸ, ਅਭਿਆਸ ਚੱਲ ਰਿਹਾ ਇਹਨਾਂ ਨੂੰ ਉੱਚੇ ਚੁੱਕਣ ਦਾ। ਕੀ ਇਹ ਮਰਨ ਨੂੰ ਤਿਆਰ ਹੋਏ ਨਾ? ਮਾਰਨਗੇ ਤਾਂ ਬਾਅਦ 'ਚ, ਪਹਿਲਾਂ ਖੁਦ ਨੂੰ ਮਰ ਕੇ ਜਾਣਾ ਪੈਂਦਾ। ਅਗਲਾ ਵੀ ਚੂੜੀਆਂ ਪਾ ਕੇ ਥੋੜਾ ਬੈਠਾ, ਅਗਲਾ ਵੀ ਸ਼ਸਤਰ ਲੈ ਕੇ ਬੈਠਾ ਹੋਊਗਾ। ਤਾਂ ਇਸ ਤਰ੍ਹਾਂ ਕੋਈ ਮਰਨ ਨੂੰ ਤਿਆਰ ਹੈ? ਤਾਂ ਜਦ ਵੇਖਿਆ ਤੇ ਭਾਈ ਦਇਆ ਸਿੰਘ ਜੀ ਉੱਠ ਕੇ ਆ ਗਏ। 80,000 ਦੇ ਇਕੱਠ 'ਚੋਂ ਦੂਜੀ ਤੀਜੀ ਵਾਰ ਪਾਤਸ਼ਾਹ ਨੇ ਜਦ ਕਿਹਾ ਉਹ ਮੇਰੀ ਤਲਵਾਰ ਇੱਕ ਸੀਸ ਮੰਗਦੀ ਹੈ ਕੋਈ? ਦਇਆ ਸਿੰਘ ਉੱਠ ਕੇ ਕਹਿਣ ਲੱਗਿਆ ਜੀ ਮਾਫੀ ਚਾਹੁੰਦਾ, ਗਲਤੀ ਹੋ ਗਈ, ਮੈਂ ਤੁਹਾਡੇ ਕੋਲੋਂ ਤੀਜੀ ਵਾਰ ਰਖਵਾਇਆ, ਸੀਸ ਹਾਜ਼ਰ ਹੈ, ਕੱਟ ਲਓ। ਕੱਟਿਆ। ਫਿਰ ਕਹਿੰਦੇ ਇੱਕ ਹੋਰ ਚਾਹੀਦਾ। ਦਇਆ ਸਿੰਘ ਤੋਂ ਬਾਅਦ ਧਰਮ ਸਿੰਘ ਉੱਠਿਆ, ਫਿਰ ਹਿੰਮਤ ਰਾਏ ਉੱਠਿਆ, ਫਿਰ ਗੁਰੂ ਪਿਆਰਿਓ ਮੋਹਕਮ ਚੰਦ ਉੱਠਿਆ, ਤੇ ਫਿਰ ਸਾਹਿਬ ਚੰਦ ਉੱਠਿਆ, ਤੇ ਪੰਜਾਂ ਦੇ ਸੀਸ ਕੱਟੇ ਧੜਾਂ ਦੇ ਨਾਲੋਂ। ਫਿਰ ਬਾਟੇ ਦੇ ਵਿੱਚ ਪਾ ਕੇ ਜਲ, ਸਤਲੁਜ ਦਾ ਪਵਿੱਤਰ ਜਲ, ਫਿਰ ਲਗਾਤਾਰ ਉਹਦੇ ਵਿੱਚ ਖੰਡਾ ਚਲਾਇਆ, ਤੇ ਆਪਣੇ ਨੇਤਰਾਂ ਦੀ ਕਿਰਪਾ ਦ੍ਰਿਸ਼ਟੀ ਪਾਈ ਨਜ਼ਰੀ ਨਜ਼ਰ ਨਿਹਾਲ ਕਰਨ ਵਾਸਤੇ। ਔਰ ਫਿਰ ਉਹਦੇ ਉੱਤੇ ਪਾਤਸ਼ਾਹ ਨੇ 5 ਬਾਣੀਆਂ ਪੜ੍ਹੀਆਂ ਨਾਲ ਨਾਲ, ਔਰ ਉਹਦੇ ਵਿੱਚ ਨਿਮਰਤਾ ਪਿਆਰ ਪ੍ਰੇਮ ਪਾਉਣ ਵਾਸਤੇ ਮਾਤਾ ਜੀ ਕੋਲੋਂ ਪਤਾਸੇ ਪਵਾਏ ਆ। ਕੋ ਸਤਨਾਮ ਸੀ। ਔਰ ਉਸ ਨੂੰ ਤਿਆਰ ਕਰਕੇ ਜਦ ਉਹਨਾਂ ਸੀਸ ਕੱਟੇ ਹੋਏ ਸਿਰਾਂ ਨੇ
ਧੜਾਂ ਦੇ ਕੋਲੇ ਧਰ ਕੇ ਸਿਰ ਤੇ ਜਲ ਕਹਿੰਦੇ ਜਲ ਪਾਇਆ, ਉਹ ਅੰਮ੍ਰਿਤ ਪਾਇਆ। ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਤੁਸੀਂ ਜਾਣਦੇ ਹੋ, ਉਹ ਸਰਜੀਤ ਹੋ ਗਏ, ਤਿਆਰ ਪਰ ਤਿਆਰ ਹੋ ਗਏ। ਮਤਲਬ ਇਹ ਘਟਨਾ ਕਰਕੇ ਪਾਤਸ਼ਾਹ ਨੇ ਅੰਮ੍ਰਿਤ ਦੀ ਪਾਵਰ ਦੱਸੀ ਹੈ ਵੀ ਇਹਨੂੰ ਅੰਮ੍ਰਿਤ ਕਹਿੰਦੇ ਆ। ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਕੋ ਸਤਨਾਮ। ਫਿਰ ਪਤਾ ਲੱਗਿਆ ਲੋਕਾਂ ਨੂੰ ਵੀ ਅੰਮ੍ਰਿਤ 'ਚ ਕਿੰਨੀ ਪਾਵਰ ਹੈ। ਵਾਕਿਆ ਹੀ ਉਹ ਅੰਮ੍ਰਿਤ ਛਕ ਕੇ ਤੇ ਸਿੰਘਾਂ ਨੇ ਗੁਰੂ ਪਿਆਰਿਓ ਅਬਦਾਲੀ ਵਰਗਿਆਂ ਦੇ ਨੱਕ ਮੋੜੇ ਆ, ਕੋ ਸਤਨਾਮ ਸਿੰਘ। ਉਸ ਅੰਮ੍ਰਿਤ ਦੀ ਪਾਵਰ ਹੀ ਹੈ। ਖੈਰ ਅੱਗੇ ਚੱਲ ਗਏ ਆਪਾਂ। ਗੁਰੂ ਨੇ ਕਿਰਪਾ ਕਰਤੀ ਆ, ਹੁਣ ਤੁਹਾਡੇ ਉੱਤੇ ਕਿਰਪਾ ਤੁਹਾਡੀ ਆਪ ਦੀ ਹੋਣੀ ਹੈ। ਗੁਰੂ ਨੇ ਅੰਮ੍ਰਿਤ ਬਣਾ ਕੇ ਛਕਾਤਾ, ਤੁਹਾਨੂੰ ਆਪਣੇ ਸਿੱਖ ਬਣਾ ਲਿਆ, ਸਿੰਘ ਸਜਾਤਾ। ਹੁਣ ਕੀ ਕਹਿੰਦੇ ਆ, ਰੋਜ਼ ਪੀਆ ਕਰੋ। ਗੁਰੂ ਸਾਹਿਬ ਨੇ 5 ਬਾਣੀਆਂ ਪੜ੍ਹ ਕੇ ਬਣਾਇਆ, ਤੂੰ 5 ਬਾਣੀਆਂ ਪੜ੍ਹ ਲਿਆ ਕਰ ਰੋਜ਼, ਤੇਰੇ ਅੰਦਰ ਹੀ ਬਣਨਾ ਸ਼ੁਰੂ ਹੋ ਜਾਊਗਾ। ਰੋਜ਼ ਨਿਤਨੇਮ ਕਰਾਂਗੇ ਤੇ ਅੰਦਰੋਂ ਅੰਮ੍ਰਿਤ ਦੀ ਬੂੰਦ ਤਿਆਰ ਹੋਵੇਗੀ ਤੇ ਅੰਦਰ ਹੀ ਮਿਲੂਗੀ। ਤਾਂ ਇਸ ਤਰ੍ਹਾਂ ਗੁਰੂ ਪਿਆਰੋ ਜਲ ਦਾ ਸੁਭਾਅ ਹੈ ਸਾਡੀ ਆਵਾਜ਼ ਨੂੰ ਗ੍ਰਹਿਣ ਕਰਨਾ। ਜੇ ਕੋਲੇ ਜਲ ਰੱਖ ਕੇ ਵੀ ਅੰਮ੍ਰਿਤ ਬਾਣੀ ਪੜ੍ਹ ਲਓਗੇ ਤਾਂ ਉਹਦੇ ਵੀ ਅਸਰ ਹੋਊਗਾ, ਕੋ ਸਤਨਾਮ ਸ੍ਰੀ। ਖੈਰ ਗੁਰੂ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਓ, ਗੁਰਮੁਖ ਕਰਨੀ ਕਾਰ ਕਮਾਵੇ। ਹੁਣ ਕੰਮ ਤੇਰਾ ਹੈ, ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਇਹ ਕਰਨੀ, ਇਹ ਕੰਮ ਕਰ ਤਾਂ ਇਸ ਮਨ ਕੀ ਸੋਝੀ ਪਾਵੇ। ਤਾਂ ਆਪਣੇ ਆਪੇ ਦਾ ਪਤਾ ਲੱਗ ਜੂ ਵੀ ਭੱਜਦਾ ਕੌਣ ਹੈ ਤੇ ਮਾਰਨਾ ਕਿਹਨੂੰ ਹੈ। ਤੇ ਮਾਰਨ ਦੀ ਦਵਾਈ 5 ਬਾਣੀਆਂ ਗੁਰੂ ਨੇ ਦੇ ਦਿੱਤੀਆਂ, ਕੋ ਸਤਨਾਮ ਸ੍ਰੀ। ਮਨ ਮਰੈ ਧਾਤ ਮਰ ਜਾਏ। ਜੋਗੀ ਕਹਿੰਦੇ ਧਾਤਾਂ ਮਾਰਨੀਆਂ ਸਿੱਖੋ ਜੀ ਸਾਡੇ ਕੋਲੋਂ। ਪਾਤਸ਼ਾਹ ਕਹਿੰਦੇ ਨਹੀਂ, ਇਹਦੇ ਉੱਪਰ ਇੱਕ ਹੋਰ ਚੀਜ਼ ਹੈ ਪਹਿਲਾਂ ਮਾਰਨ ਵਾਲੀ, ਜੇ ਉਹ ਮਾਰ ਲਈਏ ਇਹ ਸਾਰੀਆਂ ਮਰ ਜਾਣਗੀਆਂ, ਕੋ ਸਤਨਾਮ ਸੀ। ਪ੍ਰੀਤਮ ਜੀ ਕਹਿੰਦੇ ਮਨ ਮੈਂ ਮਤ ਮੈਗਲ ਮਿਕਦਾਰਾ। ਮੈਗਲ ਹੁੰਦਾ ਹਾਥੀ, ਮੈਂ ਜਿਹੜਾ ਮਨ ਮੈਂ ਕਰਦਾ ਉਹ ਹਾਥੀ ਦੀ ਨਿਆਈ ਆ, ਕੋ ਸਤਨਾਮ ਸੀ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚ ਰਿਸ਼ਨਾ। ਭਾਵ ਇੱਥੇ ਹੰਕਾਰ ਨੂੰ ਹਾਥੀ ਦੀ ਡੈਫੀਨੇਸ਼ਨ ਦੇ ਕੇ ਸਮਝਾਇਆ, ਔਰ ਬਾਣੀ ਦੀ ਪਿਆਸ ਵਾਲੇ ਨੂੰ ਪਪੀਹੇ ਦੀ ਉਦਾਹਰਨ ਦੇ ਕੇ ਸਮਝਾਇਆ, ਗ੍ਰਸਤੀ ਨੂੰ ਮਛਲੀ ਦੀ ਉਦਾਹਰਨ ਦੇ ਕੇ ਸਮਝਾਇਆ, ਮੱਛੀ ਦੀ ਨਿਆਈ ਭਟਕ ਰਿਹਾ। ਇਸੇ ਤਰ੍ਹਾਂ ਹੀ ਸੰਨਿਆਸੀਆਂ ਉਦਾਸੀਆਂ ਨੂੰ ਪਿੱਛੇ ਆਪਾਂ ਸ਼ਬਦ ਪੜ੍ਹਿਆ, ਅਲੱਗ-ਅਲੱਗ ਉਦਾਹਰਨਾਂ, ਭਾਵੇਂ ਪਸ਼ੂਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ, ਬੰਦੇ ਨੂੰ ਹੀ ਗਿਆ, ਕੋ ਸਤਨਾਮ। ਬਾਕੀ ਠੀਕ ਹੈ, ਸਾਰੇ ਉਹਦੇ ਹੁਕਮ ਚੱਲ ਰਿਹਾ, ਇੱਕ ਬੰਦਾ ਹੁਕਮ ਚੋਂ ਬਾਹਰ ਨਿਕਲਿਆ ਹੈ, ਬੰਦੇ ਨੂੰ ਮੋੜਨ ਵਾਸਤੇ ਉਹਨਾਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ। ਮਨ ਮੈਂ ਮਤ ਮੈਗਲ ਮਿਕਦਾਰਾ। ਹੁਣ ਮੈਗਲ ਹਾਥੀ ਨੂੰ ਮਾਰਨ ਵਾਸਤੇ ਚਾਹੀਦਾ, ਗੋਰੇ ਅੰਕਸ। ਗੁਰ ਮਨ ਵਾਸਤੇ ਹੈ, ਅੰਕਸ ਹਾਥੀ ਵਾਸਤੇ ਹੈ। ਅੰਕਸ ਹੁੰਦਾ ਕੁੰਡੀ, ਏਡੀ ਕਿ ਛਟੀ ਡੰਡਾ, ਉਹਦੇ ਮੂਹਰੇ ਮੇਖ ਲਾਈ ਹੈ ਤਿੱਖੀ। ਹਾਥੀ ਦੇ ਕਿਵੇਂ ਕੰਨ ਪਾਟੇ ਹੁੰਦੇ ਆ ਨਾ, ਥਾਂ ਥਾਂ ਤੋਂ ਮੋਰੇ ਹੋਏ ਹੁੰਦੇ ਆ, ਉਹ ਵਾਰ-ਵਾਰ ਮੇਖ ਵੱਜ ਕੇ ਉਹ ਕੰਨ ਫੜ ਜਾਂਦੇ ਆ, ਕੋ ਸਤਨਾਮ ਸੀ। ਕੰਨ ਕੋਲੀ ਉਹਦੇ ਪੀੜ ਲੱਗਦੀ ਆ ਤੇ ਉਹਦੇ ਕੰਨ ਵਿੱਚ ਕੁੰਡੀ ਮਾਰ ਕੇ ਉਹਨੂੰ ਮੋੜਦੇ ਆ, ਇੱਧਰ ਮੁੜ ਤੇ ਇੱਧਰ ਮੁੜ, ਫਿਰ ਉਹ ਕੁੰਡੀ ਦੇ ਮੁਤਾਬਕ ਚੱਲਦਾ। ਇਸੇ ਤਰ੍ਹਾਂ ਸਾਡਾ ਮਨ ਹਾਥੀ ਦੀ ਨਿਆਈ ਹੈ ਤਾਂ ਇਹਦੇ ਉੱਤੇ ਗੁਰੂ ਦੇ ਸ਼ਬਦ ਦਾ ਕੁੰਡਾ ਲੱਗੂਗਾ, ਕੋ ਸਤਨਾਮ ਸੀ। ਜੇ ਘੋੜੇ ਦੀ ਨਿਆਈ ਕਹਿ ਦਿਓ ਤਾਂ ਉਸ ਦੇ ਮੂੰਹ ਵਿੱਚ ਕੜਿਆਲਾ ਪਾਇਆ, ਇਹਦੇ ਮੂੰਹ ਵਿੱਚ 5 ਬਾਣੀਆਂ ਸ਼ਬਦ ਪਾਇਆ, ਕੋ ਸਤਨਾਮ ਸੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਮਨ ਮੈਂ ਮਤ। ਮਨ ਜਿਹੜਾ ਹੈ ਇਹ ਮੈਂ ਮੇਰੀ ਹੈ, ਜਿਹੜੀ ਇਹ ਮਨ ਹੈ, ਜਿਹੜਾ ਕਹਿੰਦਾ ਮੈਂ ਆਇਆ ਕਰ ਦੂੰਗਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰ, ਇਹ ਮਨ ਹੈ, ਇਹ ਮਨ ਮਤ ਹੈ, ਕੋ ਸਤਨਾਮ। ਇਹ ਮਨ ਦੀ ਮਤ ਹੈ। ਮਨ ਮਤ ਮਤਲਬ ਮਨ ਦੀ ਮਤ, ਗੁਰਮਤ ਮਤਲਬ ਗੁਰੂ ਦੀ ਮਤ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਇਹ ਗੁਰੂ ਦੀ ਮਤ ਹੈ। ਮਨ ਮੈਂ ਮਤ ਮੈਂ ਗਲ ਮਿਕਦਾਰਾ। ਹਾਥੀ ਦੀ ਤਰ੍ਹਾਂ ਇਹ ਮਨ ਜਿਹੜਾ ਮੈਂ ਕਰਦਾ, ਇਹਨੂੰ ਮਾਰਨ ਵਾਲਾ ਕੌਣ ਹੈ? ਗੋਰੇ ਅੰਕਸ, ਗੁਰੂ ਦਾ ਸ਼ਬਦ ਗੁਰ। ਇੱਥੇ ਗੱਗੇ ਔਂਕਰ ਰਾਰੇ ਔਂਕਰ ਗੁਰ ਲਿਖਿਆ, ਇੱਥੇ ਗੁਰੂ ਨੇ ਲਿਖਿਆ। ਗੁਰ ਦਾ ਮਤਲਬ ਗੁਰੂ ਦੀ ਦੱਸੀ ਗੱਲ ਮੰਨਣੀ ਹੈ। ਗੁਰੂ ਨੂੰ ਸਾਰੇ ਮੰਨਦੇ ਆ, ਪਰ ਗੁਰੂ ਦੀ ਕੋਈ ਮੰਨਦਾ ਹੈ, ਕੋਈ ਸਤਨਾਮ ਸੀ।
ਗੁਰੂ ਨੂੰ ਸਾਰੀ ਦੁਨੀਆ ਮੰਨਦੀ ਆ, ਪਰ ਸਵਾਦ ਤਾਂ ਆਉਣਾ ਜੇ ਗੁਰੂ ਦੀ ਗੱਲ ਮੰਨੀ ਜਾਵੇ। ਕੋ ਸਤਨਾਮ ਸ੍ਰੀ। ਤਾਂ ਇੱਥੇ ਗੁਰ ਦਾ ਮਤਲਬ ਹੈ ਗੁਰੂ ਦੀ ਗੱਲ, ਗੁਰੂ ਦਾ ਬਖਸ਼ਿਆ ਸ਼ਬਦ। ਗੁਰ ਅੰਕਸ, ਗੁਰੂ ਦਾ ਸ਼ਬਦ, ਫਿਰ ਉਹ ਅੰਕਸ ਬਣ ਜਾਊਗਾ। ਗੁਰ ਅੰਕਸ ਮਾਰ ਜੀਵਾਲਨ ਹਾਰਾ। ਇਹ ਮਨ ਨੂੰ ਪਹਿਲਾਂ ਮਾਰਿਆ ਜਾਊਗਾ, ਫਿਰ ਇਹਨੂੰ ਜਿਉਂਦਾ ਕੀਤਾ ਜਾਊਗਾ। ਪਾਰਾ ਪਹਿਲਾਂ ਪਾਰਾ ਹੈ, ਪਹਿਲਾਂ ਉਹਨੂੰ ਮਾਰਿਆ ਜਾਂਦਾ ਹੈ, ਫਿਰ ਜੋ ਉਸ ਤੋਂ ਅੱਗੇ ਧਾਤ ਬਣੀ ਹੈ ਉਹ ਹੁਣ ਪਾਰਾ ਜਿਉਂਦਾ ਹੋ ਗਿਆ। ਉਸ ਜਿਉਂਦੇ ਪਾਰੇ ਦਾ ਮੁੱਲ ਕੱਖ ਨਹੀਂ ਸੀਗਾ, ਵੈਦ ਦੇ ਮਾਰੇ ਪਾਰੇ ਦਾ ਮੁੱਲ ਲੱਖਾਂ ਪੈ ਗਿਆ। ਕੋ ਸਤਨਾਮ। ਇਹ ਜਿਉਂਦੇ ਮਨ ਦਾ ਮੁੱਲ ਕੱਖ ਨਹੀਂ ਸੀਗਾ, ਗੁਰੂ ਨੇ ਮਾਰ ਕੇ ਦੁਬਾਰੇ ਸਿੱਖ ਬਣਾ ਕੇ ਜਿਉਂਦਾ ਕੀਤਾ ਤਾਂ ਇਹਦਾ ਮੁੱਲ ਪੈ ਗਿਆ। ਅੱਜ ਉਹਨਾਂ ਪੰਜਾਂ ਪਿਆਰਿਆਂ ਨੂੰ ਸੀਸ ਝੁਕਾਉਣੇ ਆ। ਕੋ ਸਤਨਾਮ। ਜਿਨ੍ਹਾਂ ਨੇ ਗੁਰਮਤਿ ਅਨੁਸਾਰ ਮਰਨਾ ਕੀਤਾ, ਗੁਰੂ ਦੀ ਗੱਲ ਮੰਨ ਕੇ ਮਰਨਾ ਕੀਤਾ, ਫਿਰ ਗੁਰੂ ਨੇ ਮਾਰ ਕੇ ਮਾਰਿਆ ਨਹੀਂ, ਦੁਬਾਰੇ ਜਿਉਂਦੇ ਵੀ ਕੀਤਾ। ਕੋ ਸਤਨਾਮ ਸੀ। ਤੇ ਜਿਉਂਦੇ ਕਰਕੇ ਫਿਰ ਉਹਨਾਂ ਦਾ ਮੁੱਲ ਕਿੰਨਾ ਪੈ ਗਿਆ? ਕਿਸੇ ਦਾ ਹੀ ਮੁੱਲ ਨਹੀਂ ਉਹਨਾਂ ਜਿਨ੍ਹਾਂ ਪੰਜ ਪਿਆਰਿਆਂ ਦਾ ਪਿਆ। ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਉਹਨਾਂ ਦੇ ਮਨ ਦਾ ਮੁੱਲ ਗੁਰਮਤਿ ਅਨੁਸਾਰ ਫਿਰ ਪਵੇਗਾ ਬਹੁਤ ਜ਼ਿਆਦਾ। ਕੋ ਸਤਨਾਮ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅਰਦਾਸ ਵਿੱਚ, ਜਿਨ੍ਹਾਂ ਨੇ ਸੰਸਾਰ ਵੱਲੋਂ ਆਪਣੇ ਆਪ ਨੂੰ ਮਾਰ ਕੇ ਗੁਰੂ ਵੱਲ ਜਿਉਂਦਾ ਕੀਤਾ। ਕੋ ਸਤਨਾਮ ਸੀ। ਪ੍ਰੀਤਮ ਜੀ ਕਹਿੰਦੇ, ਉਹ ਗੁਰ ਅੰਕਸ ਮਾਰ ਜੀਵਾਲਨ ਹਾਰਾ, ਮਨ ਅਸਾਧ ਸਾਧੈ ਜਨ ਕੋਏ। ਤੋ ਸਾਧ ਦਾ ਅਰਥ ਹੈ ਸਾਧਨਾ ਕਰਨ ਵਾਲਾ। ਕੋ ਸਤਨਾਮ ਸੀ। ਸਾਧ ਕੋਈ ਭਗਵੇਂ ਨੀਲੇ ਕਾਲੇ ਚਿੱਟੇ ਪੀਲੇ ਚੋਲੇ ਦਾ ਨਾਂ ਨਹੀਂ ਹੈਗਾ। ਸਾਧ ਦਾ ਮਤਲਬ ਹੈ ਸਾਧਨਾ ਕਰਕੇ, ਜਿਨ੍ਹਾਂ ਨੇ ਇਸ ਅਸਾਧ ਮਨ ਨੂੰ ਸਾਧ ਲਿਆ। ਮਨ ਜੀਤਾ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ, ਜਿਹਨੇ ਮਨ ਨੂੰ ਕੰਟਰੋਲ ਕਰ ਲਿਆ। ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਅਸਾਧ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਮਨ ਸਾਡਾ ਸਾਧਨ ਵਾਲਾ ਹੈ। ਜਿਵੇਂ ਧਾਤਾਂ ਜਿਹੜੀਆਂ ਧਰਤੀ ਵਿੱਚੋਂ ਨਿਕਲਦੀਆਂ, ਸੋਨਾ, ਲੋਹਾ, ਤਾਂਬਾ, ਚਾਂਦੀ, ਅਬਰਕ, ਇਹ ਸਾਰੀਆਂ ਧਾਤਾਂ ਧਰਤੀ ਚੋਂ ਮਿੱਟੀ ਚੋਂ ਨਿਕਲਦੀਆਂ। ਔਰ ਫਿਰ ਵੈਦ ਲੋਕ, ਸਾਇੰਸਦਾਨ ਲੋਕ ਉਹਨਾਂ ਧਾਤਾਂ ਨੂੰ ਮਿੱਟੀ ਚੋਂ ਕੱਢ ਕੇ ਫਿਰ ਉਹਨਾਂ ਨੂੰ ਅਸਲੀ ਰੂਪ 'ਚ ਲੈ ਕੇ ਆਉਂਦੇ ਆ। ਸੋਧ ਸਾਧ ਕੇ ਵਿੱਚੋਂ ਮਿੱਟੀ, ਰੇਤਾ, ਕਣ ਆਦਿ ਸਭ ਅੱਡ ਕੱਢ ਕੇ ਫਿਰ ਉਹ ਸੁੰਦਰ ਸੋਨਾ ਸੁਨਹਿਰੀ ਬਣ ਗਿਆ। ਫਿਰ ਉਹ ਸੁਨਹਿਰੀ ਸੋਨੇ ਤੋਂ ਅੱਗੇ ਗਹਿਣਾ ਬਣਿਆ ਤੇ ਉਹ ਗਹਿਣਾ ਜਿਹੜਾ ਹੈ ਫਿਰ ਸਾਡੇ ਸਰੀਰਾਂ ਤੇ ਸ਼ਿੰਗਾਰ ਬਣ ਗਿਆ। ਪਰ ਉਹ ਸੋਨੇ ਨੂੰ ਕਿੰਨੀ ਮਿਹਨਤ ਕਰਨੀ ਪਈ ਇਹ ਸ਼ਿੰਗਾਰ ਤੱਕ ਪਹੁੰਚਣ ਲਈ। ਕੋ ਸਤਨਾਮ। ਹਾਰ ਬਣਨ ਲਈ ਕਿੰਨਾ ਮਿਹਨਤ ਕਰਨੀ ਪਈ। ਇਸੇ ਤਰ੍ਹਾਂ ਹੀ ਜਦੋਂ ਇਹ ਮਨ ਸਾਧਿਆ ਜਾਵੇਗਾ ਮਿਹਨਤ ਕਰਕੇ, ਪਰ ਸਾਧਨਾ ਕੋਈ ਬਿਰਲਾ ਹੀ ਕਰਦਾ ਹੈ। ਮਨ ਅਸਾਧ ਸਾਧੈ ਜਨ ਕੋਏ। ਇਸ ਮਨ ਨੂੰ ਜੇ ਕੋਈ ਸਾਧ ਲਵੇ, ਅਚਰ ਚਰੈ। ਅਚਰ ਚਰੈ। ਅਚਰ ਦਾ ਮਤਲਬ ਜੋ ਖਾਣਾ ਬਹੁਤ ਔਖਾ ਹੈ। ਜਿਵੇਂ ਲੋਹੇ ਦੇ ਚਣੇ ਚੱਬਣੇ ਬਹੁਤ ਔਖੇ ਆ, ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਇਹ ਮਨ ਅਗਰ ਨਿਰਮਲ ਹੋ ਗਿਆ, ਉਸ ਅਚਰ ਅੰਮ੍ਰਿਤ ਨੂੰ ਵੀ ਪ੍ਰਾਪਤ ਕਰ ਸਕਦਾ ਜਿਹੜਾ ਮਿਲਣਾ ਬਹੁਤ ਔਖਾ ਹੈ। ਕੋ ਸਤਨਾਮ। ਸੁਰਨਰ ਮੁੰਡਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਦੇਖੋ ਪਹਿਲੇ ਜਾਮੇ ਤੋਂ ਪਾਤਸ਼ਾਹ ਚੱਲੇ ਸਮਝਾਉਂਦੇ 239 ਸਾਲ 1708 ਤੱਕ ਟੋਟਲ ਲੱਗੇ ਆ। 1469 ਤੋਂ 1708 ਤੱਕ। 1699 ਦੀ ਵਿਸਾਖੀ ਦੇ ਮੇਰੇ ਪ੍ਰੀਤਮ ਨੇ ਪ੍ਰੀਖਿਆ ਲਈ ਪਰਖਣਾ ਕੀਤਾ, ਔਰ ਜਿਹੜੇ ਉਸ ਪਰਖ ਵਿੱਚ ਪੂਰੇ ਉਤਰੇ ਉਹਨਾਂ ਨੂੰ ਅੰਮ੍ਰਿਤ ਦੇ ਕੇ ਆਪਣੇ ਗਲੇ ਪੱਕੇ ਤੌਰ ਤੇ ਲਾ ਲਿਆ, ਸਿੰਘ ਬਣਾ ਦਿੱਤਾ। ਕੋ ਸਤਨਾਮ ਸੀ। ਉਹ ਅਚਰ ਵਸਤੂ ਜਿਹੜੀ ਸੀਗੀ ਉਹ ਫਿਰ ਗੁਰੂ ਪਿਆਰਿਓ ਆਪਣੇ ਸਿੱਖਾਂ ਨੂੰ ਦਿੱਤੀ, ਜਿਹੜੀ ਮਿਲਦੀ ਨਹੀਂ ਸੀ। ਉਸ ਅੰਮ੍ਰਿਤ ਦੀ ਬੂੰਦ ਨੂੰ ਪੀ ਕੇ ਮਨ ਨਿਰਮਲ ਹੋਵੇਗਾ। ਗੁਰਮੁਖ ਇਹ ਮਨ ਲਿਆ ਸਵਾਰ। ਜਿਨ੍ਹਾਂ ਗੁਰਮੁਖਾਂ ਨੇ ਇਸ ਮਨ ਨੂੰ ਗੁਰਮਤਿ ਅਨੁਸਾਰ ਸਵਾਰ ਲਿਆ। ਸਵਾਰਨਾ ਕੀ ਝਾੜੂ ਮਾਰਨਾ, ਕੋਈ ਕੱਪੜਾ ਮਾਰਨਾ ਇਸ ਦੇ ਨਹੀਂ। ਹਾਂ ਮੈਂ ਵਿੱਚੋਂ ਤਜੇ ਵਿਕਾਰ, ਜਿਹਨੇ ਇਹਦੇ ਵਿੱਚੋਂ ਵਿਕਾਰ ਕੱਢ ਲਏ। ਜਿਵੇਂ ਸੋਨੇ ਦੇ ਵਿੱਚ ਬਹੁਤ ਕੁਝ ਮਿਕਸ ਹੁੰਦਾ ਜੋ ਧਰਤੀ ਚੋਂ ਨਿਕਲਦਾ, ਉਹ 'ਚ ਲੋਹਾ ਵੀ ਹੁੰਦਾ, ਚਾਂਦੀ ਵੀ ਹੁੰਦੀ ਹੈ, ਤਾਂਬਾ ਵੀ ਹੁੰਦਾ, ਸਾਰੀਆਂ ਧਾਤਾਂ ਆਈ ਨਿਕਲਦੀਆਂ ਧਰਤੀ ਚੋਂ। ਪਰ ਜਦ ਉਹ ਜਾਂਦਾ ਜੌਹਰੀਆਂ ਦੇ ਕੋਲ, ਸੁਨਿਆਰਾਂ ਦੇ ਕੋਲ, ਸਰਾਫਾਂ ਦੇ ਕੋਲ, ਤਾਂ ਫਿਰ ਉਸ ਨੂੰ ਤੇਜ਼ਾਬਾਂ ਵਿੱਚ ਪਾਉਂਦੇ ਆ।
ਸਾਰੀਆਂ ਧਾਤਾਂ ਤੇਜ਼ਾਬਾਂ ਵਿੱਚ ਘੁਲ ਜਾਂਦੀਆਂ। ਫਿਰ ਉਹਨਾਂ ਤੇਜ਼ਾਬਾਂ ਦੇ ਵਿੱਚੋਂ ਸੋਨੇ ਨੂੰ ਬਾਹਰ ਕੱਢਣ ਵਾਸਤੇ ਉਹਦੇ ਵਿੱਚ ਚਾਂਦੀ ਰੱਖਦੇ ਆ। ਕੱਲਾ ਸੋਨਾ ਤੈਰ ਕੇ ਚਾਂਦੀ ਦੀ ਛੜ ਨਾਲ ਜੁੜ ਜਾਂਦਾ, ਡੰਡੇ ਨਾਲ ਲੱਗ ਜਾਂਦਾ। ਉਹਨੂੰ ਬਾਹਰ ਕੱਢ ਕੇ ਝਾੜ ਲੈਂਦੇ ਆ, ਕੱਲਾ ਸੋਨਾ ਅਲੱਗ ਹੋ ਗਿਆ। ਹੁਣ ਉਹ ਚੋਂ ਕੱਢਣੀ ਆ ਚਾਂਦੀ, ਤਾਂ ਉਹਦੇ ਵਿੱਚ ਤਾਂਬਾ ਰੱਖਤਾ, ਉਹ ਨੀਵੀਂ ਧਾਤ, ਤੇ ਤਾਂਬੇ ਦੇ ਨਾਲ ਚਾਂਦੀ ਲੱਗ ਗਈ। ਫਿਰ ਉਹ ਛੜ ਤਾਂ ਗਲ ਜਾਂਦੀ ਆ, ਤੇ ਪਰ ਉਹਦੇ ਵਿੱਚ ਗੁਰੂ ਪਿਆਰਿਓ ਉਹ ਜਿਹੜਾ ਚਾਂਦੀ ਤਾਂਬੇ ਦੇ ਨਾਲ ਚਾਂਦੀ ਲੱਗ ਗਈ, ਚਾਂਦੀ ਲਾ ਲਈ, ਤੇ ਉਹ ਤਾਂਬਾ ਜਿਹੜਾ ਵਿੱਚ ਖੁਰ ਗਿਆ। ਹੁਣ ਉਹ ਤਾਂਬੇ ਨੂੰ ਬਾਹਰ ਕੱਢਣਾ, ਉਹਦੇ ਵਿੱਚ ਲੋਹੇ ਦਾ ਡੰਡਾ ਰੱਖ ਦਿੰਦੇ ਆ। ਫਿਰ ਉਹ ਲੋਹਾ ਜਿਹੜਾ ਤਾਂਬੇ ਨਾਲ ਲੱਗ ਜਾਂਦਾ। ਕੋ ਸਤਨਾਮ ਸੀ। ਇਸ ਤਰ੍ਹਾਂ ਗੁਰੂ ਪਿਆਰਿਓ ਤਾਂਬਾ ਲੋਹੇ ਦੇ ਨਾਲ ਲੱਗ ਜਾਂਦਾ, ਤੇ ਇਉਂ ਤਾਂਬਾ ਨਿਕਲ ਜਾਂਦਾ। ਤੋ ਕਹਿਣ ਤੋਂ ਭਾਵ ਹੈ ਇਸੇ ਤਰ੍ਹਾਂ ਇਹ ਮਨ ਦੀ ਸਾਧਨਾ ਗੁਰਮੁਖ ਕਰਦੇ ਆ, ਇਹਦੇ ਵਿੱਚੋਂ ਵਿਕਾਰਾਂ ਨੂੰ ਬਾਹਰ ਕੱਢ ਕੇ ਕੱਲਾ ਬਾਹਰ ਕੱਢ ਲੈਂਦੇ ਆ ਵੀ ਆ ਜਾ ਤੇਰੇ ਨਾਲ ਗੱਲ ਕਰਨੀ ਹੈ। ਹਉਮੈ ਵਿੱਚੋਂ ਤਜੇ ਵਿਕਾਰ, ਤੇ ਜਿਨ੍ਹਾਂ ਨੇ ਇਹਨਾਂ ਵਿਕਾਰਾਂ ਨੂੰ ਕੱਢ ਲਿਆ, ਜੋ ਧੁਰ ਰੱਖਿਆ ਨ ਮੇਲ ਮਿਲਾਏ, ਉਹਨਾਂ ਨੂੰ ਪਰਮੇਸ਼ਰ ਨੇ ਆਪਦੇ ਵਿੱਚ ਮਿਲਾ ਲਿਆ। ਜਿਵੇਂ ਸੁਨਿਆਰੇ ਨੇ ਸੋਨੇ ਤੇ ਮੋਹਰ ਲਾ ਕੇ ਆਪਣੀ ਪੇਟੀ ਵਿੱਚ ਰੱਖ ਲਿਆ। ਕੋ ਸਤਨਾਮ। ਜਿਵੇਂ ਸਰਾਫ ਨੇ ਉਹ ਸੋਨੇ ਤੇ ਮੋਹਰ ਲਾ ਕਰਕੇ ਉਹਨੂੰ ਆਪਣੀ ਪੇਟੀ ਵਿੱਚ ਰੱਖ ਲਿਆ, ਉਸ ਤਰ੍ਹਾਂ ਮੇਰੇ ਪ੍ਰੀਤਮ ਦੀ ਬਖਸ਼ਿਸ਼ ਕਰਦੇ ਹਨ ਅੱਗੇ। ਕਦੇ ਨਾ ਵਿਛੜੈ ਸ਼ਬਦ ਸਮਾਏ, ਉਹ ਕਦੇ ਵੀ ਨਹੀਂ ਵਿਛੜਦੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ। ਆਪਣੇ ਕਲਾ ਆਪੇ ਹੀ ਜਾਣੈ, ਉਹ ਆਪਣੀ ਅੰਦਰਲੀ ਪਾਵਰ ਨੂੰ ਫਿਰ ਪਛਾਣਦੇ ਆ, ਆਪਣੀ ਸ਼ਕਤੀ ਨੂੰ ਜਾਣਦੇ ਆ, ਜਿਹੜੀ ਸ਼ਕਤੀ ਪਰਮੇਸ਼ਰ ਨੇ ਸਾਨੂੰ ਦੇ ਕੇ ਭੇਜਿਆ। ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾ ਪਛਾਣੈ। ਇਉਂ ਗੁਰੂ ਵਾਲੇ ਬਣੋ ਸਿੱਧੋ ਜੋਗੀਓ, ਗੁਰੂ ਵਾਲੇ ਬਣੋ। ਇਹ ਧਾਤਾਂ ਮਾਰਨ ਦੇ ਚੱਕਰ 'ਚ ਨਾ ਪਾਓ, ਆਓ ਪਰਮੇਸ਼ਰ ਨਾਲ ਮਿਲ ਗਏ। ਇਹ ਵਿਚਾਰਾਂ ਇੱਥੇ ਸੰਪੂਰਨ ਹੋਈਆਂ। ਇਉਂ ਕਹਿੰਦੇ ਗੁਰੂ ਵਾਲਾ ਬਣ ਕੇ ਬੰਦਾ ਆਪਣੇ ਆਪ ਨੂੰ ਪਛਾਣੇ ਤੇ ਪਰਮੇਸ਼ਰ ਵਿੱਚ ਮਿਲੇ। ਇਸ ਤਰ੍ਹਾਂ ਸਤਿਗੁਰ ਨੇ ਉਹਨਾਂ ਨੂੰ ਗਿਆਨ ਦਿੱਤਾ। ਅਗਲਾ ਸ਼ਬਦ ਹੈ ਗੌੜੀ ਗੁਆਰੇਰੀ ਮਹੱਲਾ ਤੀਜਾ। ਹਉਮੈ ਵਿੱਚ ਸਭ ਜਗ ਬੌਰਾਨਾ। ਸਵਾਲ ਪੈਦਾ ਹੋ ਗਿਆ ਵੀ ਹਉਮੈ ਕਿਉਂ ਕੱਢਣਾ? ਇਹ ਵਿਕਾਰ ਮਨ ਨੂੰ ਕੀ ਡਿਸਟਰਬ ਕਰਦੇ ਆ, ਕੀ ਦੁੱਖ ਦਿੰਦੇ ਆ, ਇਹ ਕਿਵੇਂ ਖਤਮ ਕਰਨੇ ਆ, ਕਿਉਂ ਕਰਨੇ ਆ? ਇਹਨਾਂ ਦੇ ਬਾਰੇ ਫਿਰ ਪਾਤਸ਼ਾਹ ਅਗਲਾ ਸ਼ਬਦ ਉਚਾਰਨ ਕਰਦੇ ਆ। ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।